ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਟੱਡੀ ਕਰਾਂਗੇ ਇਲੈਕਟ੍ਰੀਕਲ ਰੈਜ਼ਿਸਟੈਂਸ। ਜਿਵੇਂ ਅਸੀਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਦੇਖਿਆ ਸੀਗਾ ਡ੍ਰਿਫਟ ਵੈਲੋਸਿਟੀ, ਤੇ ਅੱਜ ਦੀ ਵੀਡੀਓ ਦੇ ਵਿੱਚ ਇਲੈਕਟ੍ਰੀਕਲ ਰੈਜ਼ਿਸਟੈਂਸ ਤੇ ਉਹਦੇ ਬੇਸਡ ਨਿਊਮੈਰੀਕਲਸ ਕਰਾਂਗੇ। ਤਾਂ ਚਲੋ ਸਟਾਰਟ ਕਰਦੇ ਹਾਂ। ਇਲੈਕਟ੍ਰੀਕਲ ਰੈਜ਼ਿਸਟੈਂਸ ਕੀ ਹੈ? ਸਾਡਾ ਟੌਪਿਕ ਹੈ ਅੱਜ ਦਾ ਇਲੈਕਟ੍ਰੀਕਲ ਰੈਜ਼ਿਸਟੈਂਸ। ਹੁਣ ਬੱਚੇ ਇਲੈਕਟ੍ਰੀਕਲ ਰੈਜ਼ਿਸਟੈਂਸ ਦਾ ਮਤਲਬ ਕੀ ਹੈ? ਰੈਜ਼ਿਸਟੈਂਸ ਦਾ ਮਤਲਬ ਹੁੰਦਾ ਜਿਹੜੀ ਕਿ ਰੁਕਾਵਟ ਸਾਡੇ ਪਾਥ ਦੇ ਵਿੱਚ ਬਣਦੀ ਹੈ। ਅਗਰ ਅਸੀਂ ਇਲੈਕਟ੍ਰੀਕਲ ਦੀ ਜਗ੍ਹਾ ਦੇ ਉੱਤੇ ਇਕੱਲਾ ਰੈਜ਼ਿਸਟੈਂਸ ਦਾ ਕੰਸੈਪਟ ਸਮਝੀਏ, ਉਹਦਾ ਮਤਲਬ ਹੈ ਰੁਕਾਵਟ। ਮੰਨ ਲਓ, ਇਹਨੂੰ ਮੈਂ ਇੱਕ ਐਗਜ਼ਾਮਪਲ ਦੇ ਨਾਲ ਸਮਝਾ ਸਕਦੀ ਹਾਂ ਤੁਹਾਨੂੰ। ਮੰਨ ਲਓ ਅਸੀਂ ਇੱਕ ਮਾਰਕੀਟ ਦੇ ਵਿੱਚ ਜਾ ਰਹੇ ਹਾਂ, ਮਾਰਕੀਟ ਦੇ ਵਿੱਚ ਸਾਰਾ ਮਾਰਕੀਟ ਖਾਲੀ ਪਿਆ, ਅਸੀਂ ਆਰਾਮ ਨਾਲ ਉੱਥੇ ਮੂਵ ਕਰ ਜਾਵਾਂਗੇ, ਆਰਾਮ ਨਾਲ ਲੰਘ ਜਾਵਾਂਗੇ। ਸਾਡਾ ਕਾਰ ਜਿਹੜੀ ਹੈਗੀ ਉਹ ਆਰਾਮ ਨਾਲ ਸਾਡੀ ਕਾਰ ਨਿਕਲ ਜਾਏਗੀ, ਜਾਂ ਅਸੀਂ ਤੁਰ ਕੇ ਜਾ ਰਹੇ ਹਾਂ, ਸਾਈਕਲ 'ਤੇ ਜਾ ਰਹੇ ਹਾਂ, ਸਾਡਾ ਆਰਾਮ ਨਾਲ ਜਿਹੜਾ ਸਾਈਕਲ ਹੈ ਉਹ ਮੂਵ ਕਰ ਜਾਏਗਾ। ਬਟ ਅਗਰ ਉਹੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਕਾਰਜ਼ ਹੋਣ, ਬਹੁਤ ਸਾਰੇ ਲੋਕ ਹੋਣ, ਤਾਂ ਉੱਥੇ ਨਿਕਲਣਾ ਕੀ ਹੋ ਜਾਊਗਾ? ਮੁਸ਼ਕਿਲ ਹੋ ਜਾਊਗਾ। ਉਹਦੇ ਵਿੱਚ ਦੀ ਲੰਘਣਾ, ਮਾਰਕੀਟ ਦੇ ਵਿੱਚ ਦੀ ਲੰਘਣਾ ਮੁਸ਼ਕਿਲ ਹੋ ਜਾਊਗਾ। ਮਤਲਬ ਉਹ ਸਾਰੀਆਂ ਚੀਜ਼ਾਂ ਕੀ ਨੇ? ਰੁਕਾਵਟ ਨੇ। ਸੇਮ ਚੀਜ਼ ਹੁੰਦੀ ਹੈ ਜਦੋਂ ਅਸੀਂ ਇਲੈਕਟ੍ਰੀਕਲ ਰੈਜ਼ਿਸਟੈਂਸ ਦਾ ਕੰਸੈਪਟ ਪੜ੍ਹਦੇ ਹਾਂ। ਮੰਨ ਲਓ ਸਾਡੇ ਕੋਲ ਇੱਕ ਕੰਡਕਟਰ ਹੈ, ਸਪੋਜ਼ ਆ ਇੱਕ ਵਾਇਰ ਹੈ, ਠੀਕ ਹੈ। ਇਹਦੇ ਵਿੱਚ ਸਾਨੂੰ ਪਤਾ ਵੀ ਇਲੈਕਟ੍ਰੋਨ ਨੇ ਕੀ ਕਰਨਾ ਹੈ? ਮੂਵ ਕਰਨਾ ਹੈ, ਚਾਰਜ ਨੇ ਮੂਵ ਕਰਨਾ ਜਦੋਂ ਸਾਡਾ ਕਰੰਟ ਫਲੋ ਕਰਦਾ ਹੈਗਾ। ਜਦੋਂ ਇਹਦੇ ਵਿੱਚ ਦੀ ਕਰੰਟ ਫਲੋ ਕਰਦਾ ਹੈਗਾ ਤਾਂ ਇਲੈਕਟ੍ਰੋਨ ਮੂਵ ਕਰਦਾ ਹੈ। ਹੁਣ ਅਸਾਂ ਕੱਲ੍ਹ ਪੜ੍ਹਿਆ ਸੀਗਾ ਵੀ ਜਦੋਂ ਇਲੈਕਟ੍ਰੋਨ ਮੂਵ ਕਰਦਾ ਹੈ ਤਾਂ ਉਹ ਕੀ ਕਰਦਾ? ਬਹੁਤ ਸਾਰੀਆਂ ਕੋਲੀਜਨਸ ਕਰਦਾ ਹੈ। ਕੋਲੀਜਨਸ ਕਰਦਾ ਨਾ, ਕਿਹਦੇ ਨਾਲ ਕੋਲੀਜਨਸ ਕਰਦਾ ਹੈ? ਪੋਜ਼ੀਟਿਵਲੀ ਚਾਰਜਡ ਕਰਨਲਸ ਦੇ ਨਾਲ ਕੀ ਕਰਦਾ? ਉਹ ਕੋਲੀਜ਼ਨ ਕਰਦਾ। ਕਦੇ ਇਹਦੇ ਨਾਲ ਕੋਲੀਜ਼ਨ ਕਰਦਾ ਹੈ, ਫਿਰ ਇਹਦੇ ਨਾਲ ਕੋਲੀਜ਼ਨ ਕਰਦਾ ਹੈ, ਅਤੇ ਨੈਟ ਉਹ ਇੱਕ ਕੌਨਸਟੈਂਟ ਵੈਲੋਸਿਟੀ ਦੇ ਨਾਲ ਮੂਵ ਕਰਦਾ, ਜਿਹਨੂੰ ਅਸੀਂ ਨਾਮ ਦਿੱਤਾ ਸੀ ਵਿਚ ਵਾਜ਼ ਆਵਰ ਡ੍ਰਿਫਟ ਵੈਲੋਸਿਟੀ, ਹੈ ਨਾ। ਇੰਨੀ ਗੱਲ ਕਲੀਅਰ ਹੈ। ਹੁਣ ਜਦੋਂ ਇਹ ਕੋਲੀਜ਼ਨ ਕਰਦਾ ਹੈ, ਉਹ ਕੋਲੀਜ਼ਨ ਦੇ ਕਰਕੇ ਹੀ ਇਹਦੇ ਪਾਥ ਦੇ ਵਿੱਚ ਕੀ ਬਣਦੀ ਹੈ? ਰੁਕਾਵਟ ਬਣਦੀ ਹੈ, ਜਿਹਨੂੰ ਅਸੀਂ ਇਲੈਕਟ੍ਰੀਕਲ ਰੈਜ਼ਿਸਟੈਂਸ ਦਾ ਨਾਮ ਦਿੰਦੇ ਹਾਂ। ਹੁਣ ਇੰਨੀ ਗੱਲ ਸਾਰੇ ਬੱਚਿਆਂ ਨੂੰ ਕਲੀਅਰ ਹੋ ਗਈ ਵੀ ਇਲੈਕਟ੍ਰੀਕਲ ਰੈਜ਼ਿਸਟੈਂਸ ਹੈ ਕੀ ਹੈ? ਦੈਟ ਇਜ਼ ਇਟ ਇਜ਼ ਦਾ, ਇਹਨੂੰ ਲਿਖ ਲਓ, ਇਟ ਇਜ਼ ਦਾ ऑब्स्ट्रक्शन क्या देंगे? ऑब्स्ट्रक्शन का मतलब है रुकावट टू द फ्लो ऑफ इलेक्ट्रॉन इन अ कंडक्टर। और you can say it is the obstruction to the flow of electric current in a conductor। समझ लगी भी? चाहे इलैक्ट्रॉन की गल करिए, इलैक्ट्रॉन के फ्लो भी करंट बन गया, ਜਾਂ ਸਿੰਪਲ कह दीए भी करंट के फ्लो के विच जिहड़ी रुकावट बनती है उन्होंने असीं किस चीज़ का नाम दिंदे हां? इलैक्ट्रीकल रैजिस्टेंस का नाम दिंदे हां। हुण मान लो ये चीज़ जिहड़ी हो रही है, जो इलैक्ट्रॉन कदों फ्लो करूगा, करंट कदों फ्लो करूगा? जदों असीं इहनूं किसी वायर दे बैटरी दे नाल कनैक्ट करांगे, है ना। ये चीज़ उदों ही होंदी है जदों असीं ये वाली चीज़ नूं, साडी जिहड़ी कंडक्टर है उन्होंने किसी बैटरी दे नाल कनैक्ट करते हैं। मान लो बैटरी का जिहड़ा पोटेंशियल है उसकी वैल्यू हैगी है आई, इन्हूं मैं कैपिटल वी दे नाल लिखूँगी, तो करंट की वैल्यू हैगी आर आई, तो रजिस्टेंस बच्चे जिहड़ा होएगा दैट विल बी रेशो ऑफ कितना पोटेंशियल असीं अप्लाई किया डिवाइड बाय साडे कोले कितना करंट जिहड़ा हैगा इंड्यूस होया, कितना करंट जिहड़ा हैगा उहदे विच दी लंघ रही है। ओके, इन्हां दोनों की रेशो का नाम की होएगा? इलैक्ट्रीकल रजिस्टेंस। तो जिहड़ी इहदी यूनिट होएगी वोल्ट की, वोल्टेज की यूनिट होंदी है वोल्ट, ठीक है। करंट की कितनी होंदी है? एम्पीयर। तो फिर असीं लिख सकते हैं भी इहदी जिहड़ी यूनिट होएगी रजिस्टेंस की दैट वुड बी वोल्ट पर एम्पीयर, जिन्हों असीं ओम का नाम भी दे दिंदे हां, जिन्हों असीं काहदा नाम दे दिंदे हां? ओम का, ठीक है। ये याद रखनी है कि रजिस्टेंस की जिहड़ी यूनिट होंदी है वो की होंदी है? साडे कोले ओम होंदी। इन्नी गल समझ लगी? उतारना चाहते हो? उतार।
ਅਸੀਂ ਇਲੈਕਟ੍ਰੀਕਲ ਰੈਜ਼ਿਸਟੈਂਸ ਸਮਝ ਚੁੱਕੇ ਹਾਂ। ਇਲੈਕਟ੍ਰੀਕਲ ਰੈਜ਼ਿਸਟੈਂਸ ਇਟ ਇਜ਼ ਦ ਰੇਸ਼ੋ ਆਫ ਵੋਲਟੇਜ ਅਪਨ ਕਰੰਟ। ਵੋਲਟੇਜ ਡਿਵਾਈਡ ਬਾਈ ਕਰੰਟ ਕਰਾਂਗੇ, ਸਾਡੇ ਕੋਲ ਰੈਜ਼ਿਸਟੈਂਸ ਆ ਚੁੱਕੀ। ਨੈਕਸਟ ਜਿਹੜਾ ਹੈਗਾ, ਜਿਹੜਾ ਅਸੀਂ ਲਾਸਟ ਵਾਲੇ ਲੈਕਚਰ ਦੇ ਵਿੱਚ ਪੜਿਆ ਸੀ, ਉਹ ਕੀ ਪੜਿਆ ਸੀ? ਡ੍ਰਿਫਟ ਵੈਲੋਸਿਟੀ ਦਾ ਕਨਸੈਪਟ ਪੜਿਆ ਸੀ। ਹੁਣ ਡ੍ਰਿਫਟ ਵੈਲੋਸਿਟੀ ਦਾ ਕਨਸੈਪਟ ਜਿਹੜਾ ਪੜਿਆ ਸੀ ਉਹ ਅਸੀਂ ਇੱਥੇ ਅਪਲਾਈ ਕਰਾਂਗੇ। ਜੇ ਤੁਸੀਂ ਇਸ ਤੋਂ ਪਹਿਲਾਂ ਵਾਲਾ ਨਹੀਂ ਕਲਾਸ ਲਗਾਈ ਤਾਂ ਉਹਦੇ ਕਲਾਸ ਦੇ ਵਿੱਚ ਜਾ ਕੇ ਦੇਖੋ। ਇਲੈਕਟ੍ਰੀਕਲ ਰੈਜ਼ਿਸਟੈਂਸ ਦੀ ਗੱਲ ਕਰ ਰਹੇ ਸੀ ਬੱਚੇ, ਅਸੀਂ ਕਰੰਟ ਪੜਿਆ ਲਾਸਟ ਵਾਲੇ ਲੈਕਚਰ ਦੇ ਵਿੱਚ। ਉਹ ਅਸੀਂ ਪੜਿਆ ਦੈਟ ਇਜ਼ ਡ੍ਰਿਫਟ ਵੈਲੋਸਿਟੀ, ਇਲੈਕਟ੍ਰੀਕਲ ਚਾਰਜ, ਨੰਬਰ ਡੈਂਸਿਟੀ ਐਂਡ ਏਰੀਆ ਆਫ ਕ੍ਰਾਸ ਸੈਕਸ਼ਨ। ਇਹ ਅਸੀਂ ਫਾਰਮੂਲਾ ਡਰਾਈਵ ਕੀਤਾ ਸੀ ਲਾਸਟ ਵਾਲੀ ਵੀਡੀਓ ਦੇ ਵਿੱਚ। ਜੇ ਨਹੀਂ ਤੁਸੀਂ ਸਟੱਡੀ ਕੀਤਾ ਤਾਂ ਤੁਸੀਂ ਜਾ ਕੇ ਸਟੱਡੀ ਕਰ ਲਓ ਕਿ ਕਿਵੇਂ ਉਹਦੀ ਡੈਰੀਵੇਸ਼ਨ ਹੈਗੀ, ਪੂਰੀ ਦੀ ਪੂਰੀ ਸਟੋਰੀ ਜਿਹੜੀ ਹੈਗੀ ਤੁਹਾਨੂੰ ਲਾਸਟ ਵਾਲੀ ਵੀਡੀਓ ਦੇ ਵਿੱਚ ਮਿਲ ਜਾਏਗੀ। ਤਾਂ ਵੈਲਿਊ ਅਸੀਂ ਪੜਿਆ ਸੀ ਡ੍ਰਿਫਟ ਵੈਲੋਸਿਟੀ ਇਜ਼ ਇਕੁਅਲ ਟੂ E into the potential divided by mass of electron, length of a conductor and tau is the relaxation time. माइनस छटता, ठीक है। E भी divided by ml into tau पढ़ा सीगा। E is the charge on electron, V is the potential, T is the average relaxation time, M is the mass of the electron and L is the length of the conductor। ਅਸੀਂ ਇਹ ਚੀਜ਼ ਸਟੱਡੀ ਕੀਤੀ ਸੀ। ਹੁਣ ਇਹ VD ਦੀ ਵੈਲਿਊ ਨੂੰ ਅਸੀਂ ਇਹਦੇ ਵਿੱਚ ਸਬਸਟੀਟਿਊਟ ਕਰ ਦਈਏ ਤਾਂ ਕਰੰਟ ਦੀ ਵੈਲਿਊ ਬਣ ਜਾਏਗੀ EV divided by ml ENA into of tau। अगर ਇਹਨੂੰ ਅੱਗੇ ਅਸੀਂ ਫਰਦਰ ਸੋਲਵ ਕਰੀਏ then the value of current will be E square NA tau divided by ml into of V। ठीक है, ये चीज बन जाएगी। अगर मैं आगे फर्दर सॉल्व करा, ये वैल्यू मैं सॉल्व कर रही हां, इनु मैं अगर इस तरह लिखना V डिवाइडेड बाय I, इट विल बिकम इक्वल्स टू ml डिवाइडेड बाय ne स्क्वायर tau इनटू ऑफ a। ये बन गया V डिवाइडेड बाय I, वोल्टेज डिवाइडेड बाय करंट। हमने पढ़ा सी की ਹੁੰਦਾ ਸਾਡੇ ਕੋਲੇ रेजिस्टेंस है ना, रेजिस्टेंस की वैल्यू सब्स्टिट्यूट करेंगे R, ਇਹਨੂੰ ਅਸੀਂ ਲਿਖ ਸਕਦੇ ਹਾਂ m डिवाइडेड बाय ne स्क्वायर tau इनटू l डिवाइडेड बाय a। ਜਿਹੜਾ ਇਹ ਵਾਲਾ ਬਣ ਗਿਆ m डिवाइड बाय ne स्क्वायर इनटू tau। अगर मैं लिखदा r इज इक्वल्स टू रो l बाय a, ਇਹ ਜਾਣਿਆ ਪਹਿਚਾਨਿਆ ਫਾਰਮੂਲਾ ਤੁਹਾਨੂੰ ਆ ਰਿਹਾ ਯਾਦ 10th ਕਲਾਸ ਸਟੱਡੀ ਕੀਤਾ ਸੀ। ਇਹ ਹੋ ਗਿਆ ਬੱਚੇ ਹੁਣ ਡਰਾਈਵ ਹੋ ਗਿਆ ਸਾਡੇ ਕੋਲੇ, that resistance is equals to रो l डिवाइडेड बाय a। ਹੁਣ ਜਿਹੜਾ resistance I ਨੂੰ ਬੋਲਦੇ ਨੇ ਰੈਜ਼ਿਸਟਿਵਿਟੀ, रो ਕਿਹਦੇ ਬਰਾਬਰ ਆ ਗਿਆ m डिवाइडेड बाय ne स्क्वायर इनटू ऑफ tau ਦੇ ਇਕੁਅਲ ਆ ਗਿਆ। मतलब जी रेजिस्टिविटी है वो किसके ऊपर डिपेंड करती है? मास, m इज द नंबर डेंसिटी, नंबर ऑफ इलेक्ट्रॉन्स पर यूनिट वॉल्यूम, e इज द चार्ज ऑन द इलेक्ट्रॉन एंड tau इज द रिलैक्सेशन टाइम, एवरेज रिलैक्सेशन टाइम ਜਿਹਨੂੰ ਅਸੀਂ tau ਲਿਖਿਆ ਸੀਗਾ। ਹੁਣ ਸਾਨੂੰ ਜਦੋਂ ਵੀ ਅਸੀਂ ਪੜ੍ਹਦੇ ਹੁੰਦੇ ਸੀਗੇ ਇਨ ਛੋਟੀ ਕਲਾਸਾਂ ਦੇ ਵਿੱਚ ਵੀ ਜਿਹੜੀ ਰੈਜ਼ਿਸਟਿਵਿਟੀ ਹੈਗੀ ਉਹ ਕਿਹਦੇ ਉੱਤੇ ਡਿਪੈਂਡ ਕਰਦੀ ਹੈ? ਉਹ ਬੇਸਿਕਲੀ ਮੇਜਰਲੀ ਦੋ ਚੀਜ਼ਾਂ ਦੇ ਉੱਤੇ ਡਿਪੈਂਡ ਕਰਦੀ ਹੈ। ਇੱਕ ਤਾਂ ਟੈਂਪਰੇਚਰ ਦੇ ਉੱਤੇ ਕਿਸ ਤਰ੍ਹਾਂ ਤਰੀਕੇ ਨਾਲ ਡਿਪੈਂਡ ਕਰਦੀ ਹੈ, ਇੱਕ ਦੂਸਰਾ ਹੈ ਮਟੀਰੀਅਲ, ਵੀ ਮਟੀਰੀਅਲ ਕਿਸ ਤਰ੍ਹਾਂ ਦਾ ਲੈ ਰਹੇ ਹਾਂ ਅਸੀਂ। ਅਗਰ ਅਸੀਂ ਕਾਪਰ ਦੀ ਵਾਇਰ ਲੈ ਰਹੇ ਹਾਂ ਜਾਂ ਅਸੀਂ ਸਿਲਵਰ ਦੀ ਵਾਇਰ ਲੈ ਰਹੇ ਹਾਂ ਤਾਂ ਉਹਨਾਂ ਦੀ ਰੈਜ਼ਿਸਟਿਵਿਟੀ ਹੋਏਗੀ ਅਲੱਗ-ਅਲੱਗ ਹੋਏਗੀ। ਤੇ ਟੈਂਪਰੇਚਰ ਦੇ ਉੱਤੇ ਕਿਸ ਤਰ੍ਹਾਂ ਡਿਪੈਂਡ ਕਰੇਗੀ? ਜਦੋਂ ਅਸੀਂ ਟੈਂਪਰੇਚਰ ਮੰਨ ਲਓ ਵਧਾਉਂਦੇ ਹਾਂ ਤਾਂ ਕੀ ਹੁੰਦਾ ਹੈ, ਜਿਹੜਾ ਮਾਸ ਹੈ ਸੇਮ ਰਹੇਗਾ, ਜਿਹੜੇ E ਚਾਰਜ ਔਨ ਇਲੈਕਟ੍ਰੋਨ ਸੇਮ ਰਹੇਗਾ। ਆ ਦੋ ਫੈਕਟਰਸ ਐਸੇ ਨੇ ਜਿਹੜੇ ਕਿ ਟੈਂਪਰੇਚਰ ਦੇ ਨਾਲ ਇਫੈਕਟ ਦੇ ਵਿੱਚ ਆਣਗੇ। ਕਿਵੇਂ ਆਣਗੇ? n is the number of electrons present in a conductor per unit volume। ਤਾਂ ਇੱਕ ਕੰਡਕਟਰ ਹੈ, ਮੰਨ ਲਓ ਦਿਸ ਸਪੋਜ਼ ਦਿਸ ਇਜ਼ ਜੋ ਕੰਡਕਟਰ ਇਹਦੇ ਵਿੱਚ ਇਲੈਕਟ੍ਰੋਨਸ ਫਲੋ ਕਰ ਰਹੇ ਨੇ, ਉਹਦੇ ਵਿੱਚ ਕੀ ਜਦੋਂ ਟੈਂਪਰੇਚਰ ਵਧੂਗਾ ਤਾਂ ਨੰਬਰ ਆਫ ਇਲੈਕਟ੍ਰੋਨਸ ਹੋਰ ਜ਼ਿਆਦਾ ਜਿਹੜੇ ਮੈਟਲ ਐਟਮ ਦੇ ਵਿੱਚੋਂ ਬਾਹਰ ਨਿਕਲ ਸਕਦੇ ਆ। ਜਦੋਂ ਉਹਨਾਂ ਨੂੰ એનર્ਜੀ ਮਿਲ ਗਈ, ਹੀਟ એનર્ਜੀ ਮਿਲ ਗਈ, ਟੈਂਪਰੇਚਰ ਵਧਿਆ ਤਾਂ ਜਿਹੜੇ ਆਊਟਰਮੋਸਟ ਸ਼ੈਲ ਦੇ ਇਲੈਕਟ੍ਰੋਨਸ ਨੇ ਉਹ ਬਾਹਰ ਨਿਕਲ ਜਾਣਗੇ, ਜਿਹਦੇ ਕਰਕੇ ਕਿ n ਨੰਬਰ ਆਫ ਇਲੈਕਟ੍ਰੋਨਸ ਕੀ ਹੋ ਸਕਦੇ ਨੇ, ਬਚ ਸਕਦੇ ਨੇ। ਕਿ tau ਕੀ ਸੀਗਾ ਸਾਡਾ? ਰਿਲੈਕਸੇਸ਼ਨ ਟਾਈਮ ਸੀਗਾ। ਹੁਣ ਮੈਂ ਰਿਲੈਕਸੇਸ਼ਨ ਟਾਈਮ ਦਾ ਕਨਸੈਪਟ ਦੁਬਾਰਾ ਧਿਆਨ ਜਿਹੜਾ ਅਸੀਂ ਲਾਸਟ ਵੀਡੀਓ ਦੇ ਵਿੱਚ ਦੇਖਿਆ ਸੀਗਾ। ਹੁਣ ਮੰਨ ਲਓ ਸਾਡੇ ਕੋਲ ਇਲੈਕਟ੍ਰੋਨ ਕੀ ਕਰਦਾ ਸੀਗਾ? ਕੋਲੀਜਨ ਕਰਦਾ ਸੀ, ਕਿਹਦੇ ਨਾਲ? ਸਾਡੇ ਕਰਨਲਸ ਦੇ ਨਾਲ ਕੋਲੀਜਨ ਕਰਦਾ ਸੀ। ਜਦੋਂ ਕੋਲੀਜਨ ਕਰਦਾ ਸੀ, ਕੋਲੀਜਨ ਕਰਨ ਤੋਂ ਬਾਅਦ ਉਹ ਨੈਕਸਟ ਕੋਲੀਜਨ ਕਰਦਾ ਸੀ ਤਾਂ ਕੁਝ ਟਾਈਮ ਦੇ ਲਈ ਉਹ ਰਿਲੈਕਸ ਕਰਦਾ ਸੀ, ਜਿਹਨੂੰ ਅਸੀਂ ਰਿਲੈਕਸੇਸ਼ਨ ਟਾਈਮ ਦਾ ਨਾਮ ਦੇ ਰਿਹਾ ਸੀਗਾ। ਦਿਸ ਵਾਸ ਆਵਰ ਰਿਲੈਕਸੇਸ਼ਨ ਟਾਈਮ। ਹੁਣ ਜਦੋਂ ਕੋਲੀਜਨ ਹੁਣ ਦੇਖੋ ਜਦੋਂ ਟੈਂਪਰੇਚਰ ਅਸੀਂ ਇੰਕਰੀਜ਼ ਕਰ ਦਾਂਗੇ, ਮੰਨ ਲਓ ਅਸੀਂ ਟੈਂਪਰੇਚਰ ਕਰਤਾ ਬਹੁਤ ਜ਼ਿਆਦਾ ਇੰਕਰੀਜ਼ ਕਰਤਾ, ਜਦੋਂ ਟੈਂਪਰੇਚਰ ਇੰਕਰੀਜ਼ ਕਰਤਾ ਨੰਬਰ ਆਫ ਇਲੈਕਟ੍ਰੋਨਸ ਬਹੁਤ ਜ਼ਿਆਦਾ ਵੱਧ ਜਾਣਗੇ, ਨੰਬਰ ਆਫ ਇਲੈਕਟ੍ਰੋਨਸ ਵੱਧ ਜਾਣਗੇ ਮਤਲਬ ਉਹਨਾਂ ਦੀ ਕੋਲੀਜਨ ਹੋਣ ਦੇ ਚਾਂਸਸ ਵੀ ਵੱਧ ਜਾਣਗੇ ਤੇ ਰਿਲੈਕਸੇਸ਼ਨ ਟਾਈਮ ਹੋ ਸਕਦਾ ਹੈ ਘਟ ਜੇ। ਠੀਕ ਹੈ, ਜਿੰਨੀ ਜ਼ਿਆਦਾ ਨੰਬਰ ਆਫ ਇਲੈਕਟ੍ਰੋਨਸ ਹੋਣਗੇ ਉਨੀ ਜ਼ਿਆਦਾ ਕੋਲੀਜਨ ਹੋਏਗੀ, ਜਿੰਨੀ ਜ਼ਿਆਦਾ ਕੋਲੀਜਨ ਹੋਏਗੀ ਉਹਨਾਂ ਰਿਲੈਕਸੇਸ਼ਨ ਟਾਈਮ ਦੀ ਵੈਲਿਊ ਘਟ ਸਕਦੀ ਹੈ। ਇਸੇ ਕਰਕੇ ਜਿਹੜੀ ਸਾਡੀ ਰੈਜ਼ਿਸਟਿਵਿਟੀ ਕਹਿ ਦਿੰਦੇ ਆ ਉਹ ਦੋ ਫੈਕਟਰਸ ਦੇ ਉੱਤੇ ਡਿਪੈਂਡ ਕਰਦੀ ਹੈ, ਇੱਕ ਟੈਂਪਰੇਚਰ ਦੇ ਉੱਤੇ ਡਿਪੈਂਡ ਕਰਦੀ ਹੈ, ਦੂਸਰਾ ਸਾਡੇ ਮਟੀਰੀਅਲ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਅਸੀਂ ਲੈ ਰਹੇ ਹਾਂ। ਤੇ ਜਦੋਂ ਅਗਰ ਕੁਐਸਚਨ ਆਉਂਦਾ ਹੈ ਰੈਜ਼ਿਸਟਿਵਿਟੀ ਦੇ ਉੱਤੇ ਤਾਂ ਤੁਸੀਂ ਇਹ ਵਾਲਾ ਜਿਹੜਾ ਫਾਰਮੂਲਾ ਹੈ ਇਹਨੂੰ ਤੁਸੀਂ याद रखना है, ਅਸੀਂ ਬਾਕਸ ਵਿੱਚ ਪਾ ਲੈਣੇ ਆ rho is equals to m divided by ne square into of tau। ਇੱਕ ਵਾਰੀ ਹੋਰ ਸਮਰਾਈਜ਼ ਕਰਵਾ ਦਿੰਨੀ ਆ ਇਹ ਪੂਰੇ ਦਾ ਪੂਰਾ ਆਰਟੀਕਲ। ਦੇਖੋ ਬੱਚੇ ਅਸੀਂ ਸਟੱਡੀ ਕੀਤਾ ਇਲੈਕਟ੍ਰੀਕਲ ਰੈਜ਼ਿਸਟੈਂਸ ਦੇ ਲਈ ਕਰੰਟ ਦੀ ਵੈਲਿਊ ਵਿਚ ਇਸ ਮੈਂ ਯਾਦ ਕਰਵਾਇਆ ਸੀ V ਨਾ ਯਾਦ ਰੱਖਿਓ, V ਫॉर V ਨਾ ਫਿਰ ਪੰਜਾਬੀ 'ਚ ਲਿਖੀਏ ਇਸ ਤਰ੍ਹਾਂ V ਜਿਹੜਾ E ਹੈ ਉਹ E ਦੀ ਸਾਊਂਡ ਕਰ ਰਹੇ ਹੈ N ਤੇ A। ठीक है, इस तरह ये साउंड इन याद रखना है भी करंट इज इक्वल्स टू V ना V सिर्फ याद करने का तरीका है। V इज द ड्रिफ्ट वेलोसिटी, E इज द इलैक्ट्रिकल चार्ज, N इज द नंबर डेंसिटी, A इज द एरिया ऑफ क्रॉस सेक्शन। नैक्सट हुण आपां BD भी करना, BD भी कितना सीगा दैट इज इन द फॉर्म ऑफ पोटेंशियल EV डिवाइड बाय ml इनटू ऑफ टाउ आया सी। फिर ये BD की वैल्यू नूं असीं ए वाली इक्वेशन दे विच सबस्टिट्यूट करता, साडे कोले करंट की ए वाली वैल्यू बन जाएगी। उस तो बाद इहनूं सॉल्व फर्दर सॉल्व किया तो B बाय I की वैल्यू आ गई ml डिवाइड बाय ne स्क्वायर इंटू ऑफ टाउ इंटू ऑफ A। B बाय I हुणे स्टडी कितना है उसकी वैल्यू होंगी है रेजिस्टेंस के इक्वल, m डिवाइड बाय ne स्क्वायर इंटू ऑफ टाउ नूं अलग लिख लिया, l डिवाइड बाय A नूं अलग लिख लिया। हुण A की वैल्यू किहदे बराबर लिख ली असीं रेजिस्टिविटी की, रो की वैल्यू रो इंटू ऑफ l डिवाइड बाय ऑफ A, रो की वैल्यू कितनी आ गई m डिवाइड बाय ne स्क्वायर इंटू ऑफ टाउ। तो जिहड़ी साडी रेजिस्टिविटी है दो फैक्टर्स उत्ते डिपेंड करती है टैंपरेचर एंड मटीरियल। रेजिस्टिविटी कदे भी डिपेंड नहीं करती लेंथ के उत्ते ते एरिए के उत्ते। ठीक है, किस तरह का भी मैं मटीरियल थानू दे दा, मान लो थानू मैं एक वायर दे दा कॉपर दी, ठीक है, तो सेकेंड नंबर के उत्ते थानू मैं एक
ਸਫੀਅਰ ਦੇਣਾ ਕਾਪਰ ਦੀ, ਤਾਂ ਦੋਨਾਂ ਦੀ ਜਿਹੜੀ ਰੈਜ਼ਿਸਟਿਵਿਟੀ ਹੋਏਗੀ ਉਹ ਸੇਮ ਹੋਏਗੀ। ਮਟੀਰੀਅਲ ਦੇ ਉੱਤੇ ਡਿਪੈਂਡ ਕਰੇਗੀ ਤੇ ਟੈਂਪਰੇਚਰ ਦੇ, ਸੇਮ ਟੈਂਪਰੇਚਰ ਦੇ ਉੱਤੇ ਪਿਆ ਰੈਜ਼ਿਸਟਿਵਿਟੀ ਦੀ ਵੈਲਿਊ ਕੀ ਰਹੇਗੀ ਸਾਡੇ ਕੋਲੇ ਸੇਮ ਰਹੇਗੀ, ਬਟ ਜਿਹੜੀ ਰੈਜ਼ਿਸਟੈਂਸ ਦੀ ਵੈਲਿਊ ਹੈ ਉਹ ਚੇਂਜ ਹੋਏਗੀ ਵਿਦ ਦ ਲੈਂਥ ਐਂਡ ਏਰੀਆ ਆਫ ਕ੍ਰੋਸ ਸੈਕਸ਼ਨ। ਸਮਝ ਲੱਗ ਗਈ।